ਪਿਆਰੇ ਬੱਚਿਓ, ਸਤਿ ਸ੍ਰੀ ਅਕਾਲ। ਬੇਟਾ ਅੱਜ ਦਾ ਟੌਪਿਕ ਹੈ ਰਾਸ਼ਟਰੀ ਆਮਦਨ ਦਾ ਮਾਪ ਭਾਗ ਪਹਿਲਾ। ਬੇਟਾ ਮੈਂ ਤੁਹਾਨੂੰ ਇਸ ਵੀਡੀਓ ਰਾਹੀਂ ਇਹ ਸਮਝਾਉਣ ਦੀ ਕੋਸ਼ਿਸ਼ ਕਰਾਂਗਾ ਕਿ ਰਾਸ਼ਟਰੀ ਆਮਦਨ ਨਾਲ ਸੰਬੰਧਿਤ ਸਵਾਲਾਂ ਨੂੰ ਜਾਂ ਨੂਮੈਰੀਕਲਸ ਨੂੰ ਕਿਵੇਂ ਹੱਲ ਕਰਨਾ ਹੈ। ਬੇਟਾ ਰਾਸ਼ਟਰੀ ਆਮਦਨ ਨਾਲ ਸੰਬੰਧਿਤ ਸਵਾਲ ਅਰਥ ਸ਼ਾਸਤਰ ਦੀ ਪੜ੍ਹਾਈ ਲਈ ਅਤੇ ਤੁਹਾਡੇ ਇਮਤਿਹਾਨਾਂ ਲਈ ਬਹੁਤ ਮਹੱਤਵਪੂਰਨ ਹਨ। ਇਸ ਲਈ ਤੁਸੀਂ ਧਿਆਨ ਨਾਲ ਸਮਝਣ ਦੀ ਕੋਸ਼ਿਸ਼ ਕਰਨਾ। ਬੇਟਾ ਰਾਸ਼ਟਰੀ ਆਮਦਨ ਨੂੰ ਮਾਪਣ ਲਈ 3 ਵਿਧੀਆਂ ਦਾ ਪ੍ਰਯੋਗ ਕੀਤਾ ਜਾਂਦਾ ਹੈ। ਇੱਕ ਵਿਧੀ ਹੈ ਆਮਦਨ ਵਿਧੀ, ਦੂਜੀ ਵਿਧੀ ਹੈ ਖਰਚ ਵਿਧੀ, ਇੱਕ ਹੋਰ ਤੀਜੀ ਵਿਧੀ ਹੈ ਉਤਪਾਦ ਵਿਧੀ। ਉਤਪਾਦ ਵਿਧੀ ਨੂੰ ਮੁੱਲ ਵਾਧਾ ਵਿਧੀ ਵੀ ਕਿਹਾ ਜਾਂਦਾ ਹੈ। ਅੱਜ ਅਸੀਂ ਸਿਰਫ ਆਮਦਨ ਵਿਧੀ ਨਾਲ ਸੰਬੰਧਿਤ ਸਵਾਲ ਹੀ ਕਰਾਂਗੇ। ਬੇਟਾ ਜਦੋਂ ਆਮਦਨ ਵਿਧੀ ਨਾਲ ਸਵਾਲ ਇਮਤਿਹਾਨ ਵਿੱਚ ਆਉਂਦਾ ਹੈ ਤਾਂ ਸਾਨੂੰ ਆਮ ਤੌਰ 'ਤੇ 2 ਉੱਤਰ ਪੁੱਛੇ ਜਾਂਦੇ ਹਨ। ਸਾਨੂੰ ਇੱਕ ਤਾਂ ਇਹ ਪੁੱਛਿਆ ਜਾਂਦਾ ਹੈ ਕਿ ਘਰੇਲੂ ਆਮਦਨ ਪਤਾ ਕਰੋ ਅਤੇ ਦੂਸਰਾ ਰਾਸ਼ਟਰੀ ਆਮਦਨ ਪਤਾ ਕਰੋ। ਆਓ ਅਸੀਂ ਇਹਨਾਂ ਦੋਹਾਂ ਦੇ ਸੂਤਰ ਜਾਂ ਫਾਰਮੂਲੇ ਦੇਖਦੇ ਹਾਂ। ਬੇਟਾ ਜਿਵੇਂ ਕਿ ਤੁਸੀਂ ਸਕਰੀਨ ਉੱਪਰ ਦੇਖ ਸਕਦੇ ਹੋ ਕਿ ਘਰੇਲੂ ਆਮਦਨ ਨੂੰ ਪਤਾ ਕਰਨ ਲਈ ਸੂਤਰ ਹੈ ਕਰਮਚਾਰੀਆਂ ਦਾ ਮਿਹਨਤਾਨਾ ਜਮ੍ਹਾਂ ਪ੍ਰਚਾਲਨ ਬੇਸ਼ੀ ਜਮ੍ਹਾਂ ਮਿਸ਼ਰਤ ਆਮਦਨ। ਇਸੇ ਪ੍ਰਕਾਰ ਰਾਸ਼ਟਰੀ ਆਮਦਨ ਦਾ ਫਾਰਮੂਲਾ ਹੈ ਘਰੇਲੂ ਆਮਦਨ ਜਮ੍ਹਾਂ ਵਿਦੇਸ਼ਾਂ ਤੋਂ ਸ਼ੁੱਧ ਸਾਧਨ ਆਮਦਨ। ਬੇਟਾ ਮੈਂ ਤੁਹਾਨੂੰ ਇਹ ਸੁਝਾਅ ਦੇਵਾਂਗਾ ਕਿ ਤੁਸੀਂ ਇਹ ਸੂਤਰ ਆਪਣੀ ਕਾਪੀ ਉੱਪਰ ਨੋਟ ਕਰ ਲਓ ਅਤੇ ਇਹਨਾਂ ਨੂੰ ਯਾਦ ਜ਼ਰੂਰ ਕਰ ਲੈਣਾ। ਹੁਣ ਅਸੀਂ ਇੱਕ ਸਵਾਲ ਕਰਦੇ ਹਾਂ। ਇਸ ਸਵਾਲ ਵਿੱਚ ਪੁੱਛਿਆ ਗਿਆ ਹੈ ਕਿ ਪਤਾ ਕਰੋ ਊੜਾ ਰਾਸ਼ਟਰੀ ਆਮਦਨ ਐੜਾ ਘਰੇਲੂ ਆਮਦਨ। ਮੈਂ ਤੁਹਾਨੂੰ ਇਹ ਸਲਾਹ ਦੇਵਾਂਗਾ ਕਿ ਤੁਸੀਂ ਪਹਿਲਾਂ ਘਰੇਲੂ ਆਮਦਨ ਦਾ ਪਤਾ ਲਗਾ ਲਵੋ ਅਤੇ ਫਿਰ ਰਾਸ਼ਟਰੀ ਆਮਦਨ ਦਾ ਪਤਾ ਘਰੇਲੂ ਆਮਦਨ ਤੋਂ ਲਗਾਉਣਾ ਆਸਾਨ ਹੋ ਜਾਂਦਾ ਹੈ। ਸੋ ਅਸੀਂ ਘਰੇਲੂ ਆਮਦਨ ਦਾ ਫਾਰਮੂਲਾ ਲਿਖਦੇ ਹਾਂ। ਘਰੇਲੂ ਆਮਦਨ ਦਾ ਫਾਰਮੂਲਾ ਹੈ ਕਰਮਚਾਰੀਆਂ ਦਾ ਮਿਹਨਤਾਨਾ। ਇਸ ਵਿੱਚ ਅਸੀਂ ਜੋੜ ਦੇਣਾ ਹੈ ਪ੍ਰਚਾਲਨ ਵੇਸ਼ੀ ਅਤੇ ਮਿਸ਼ਰਤ ਆਮਦਨ ਨੂੰ। ਹੁਣ ਅਸੀਂ ਦੇਖਦੇ ਹਾਂ ਕਿ ਸਵਾਲ ਵਿੱਚ ਸਾਨੂੰ ਕੀ ਕਰਮਚਾਰੀਆਂ ਦਾ ਮਿਹਨਤਾਨਾ ਦਿੱਤਾ ਗਿਆ ਹੈ ਤਾਂ ਅਸੀਂ ਦੇਖ ਸਕਦੇ ਹਾਂ ਕਿ ਕਰਮਚਾਰੀਆਂ ਦਾ ਮਿਹਨਤਾਨਾ ਦਿੱਤਾ ਗਿਆ ਹੈ ਅਤੇ ਇਸ ਦਾ ਮੁੱਲ 50,000 ਕਰੋੜ ਰੁਪਏ ਹੈ। ਉਸ ਤੋਂ ਬਾਅਦ ਅਸੀਂ ਸਵਾਲ ਵਿੱਚ ਦੇਖਦੇ ਹਾਂ ਕਿ ਕੀ ਸਾਨੂੰ ਪ੍ਰਚਾਲਨ ਵੇਸ਼ੀ ਦਿੱਤਾ ਗਿਆ ਹੈ ਤਾਂ ਅਸੀਂ ਸਵਾਲ ਵਿੱਚ ਦੇਖਦੇ ਹਾਂ ਕਿ ਸਾਨੂੰ ਕਿਤੇ ਵੀ ਪ੍ਰਚਾਲਨ ਵੇਸ਼ੀ ਨਹੀਂ ਦਿੱਤਾ ਗਿਆ। ਇਸ ਲਈ ਸਾਨੂੰ ਪਹਿਲਾਂ ਪ੍ਰਚਾਲਨ ਵੇਸ਼ੀ ਦਾ ਪਤਾ ਲਗਾਉਣਾ ਪਵੇਗਾ ਅਤੇ ਫਿਰ ਹੀ ਅਸੀਂ ਇਸ ਸਵਾਲ ਨੂੰ ਹੱਲ ਕਰ ਸਕਦੇ ਹਾਂ। ਅਸੀਂ ਇਸ ਲਈ ਪ੍ਰਚਾਲਨ ਵੇਸ਼ੀ ਦਾ ਫਾਰਮੂਲਾ ਲਿਖਦੇ ਹਾਂ। ਇਹ ਫਾਰਮੂਲਾ ਵੀ ਬੜਾ ਮਹੱਤਵਪੂਰਨ ਹੈ ਅਤੇ ਤੁਸੀਂ ਸਾਰੇ ਬੱਚਿਆਂ ਨੇ ਇਸ ਨੂੰ ਯਾਦ ਕਰ ਲੈਣਾ ਹੈ। ਪ੍ਰਚਾਲਨ ਵੇਸ਼ੀ ਦਾ ਫਾਰਮੂਲਾ ਹੈ ਕਿਰਾਇਆ ਜਮ੍ਹਾਂ ਵਿਆਜ ਜਮ੍ਹਾਂ ਲਾਭ ਜਮ੍ਹਾਂ ਰਾਇਲਟੀ। ਹੁਣ ਅਸੀਂ ਫਿਰ ਸਵਾਲ ਦੇਖਦੇ ਹਾਂ ਕਿ ਕੀ ਸਵਾਲ ਵਿੱਚ ਸਾਨੂੰ ਕਿਰਾਇਆ ਦਿੱਤਾ ਗਿਆ ਹੈ ਤਾਂ ਅਸੀਂ ਦੇਖ ਸਕਦੇ ਹਾਂ ਕਿ ਸਵਾਲ ਵਿੱਚ ਕਿਰਾਇਆ ਦਿੱਤਾ ਗਿਆ ਹੈ ਅਤੇ ਇਸ ਦੀ ਰਕਮ ਹੈ 18,000 ਕਰੋੜ ਰੁਪਏ। ਅਸੀਂ ਇਸ 18,000 ਕਰੋੜ ਰੁਪਏ ਨੂੰ ਉੱਪਰ ਕਿਰਾਏ ਦੇ ਹੇਠਾਂ ਲਿਖ ਲੈਂਦੇ ਹਾਂ। ਉਸ ਤੋਂ ਬਾਅਦ ਅਗਲੀ ਰਕਮ ਹੈ ਵਿਆਜ। ਤਾਂ ਅਸੀਂ ਦੇਖਣਾ ਹੈ ਕਿ ਕੀ ਸਵਾਲ ਵਿੱਚ ਵਿਆਜ ਦਿੱਤਾ ਗਿਆ ਹੈ ਤਾਂ ਹਾਂ ਬੇਟਾ ਇਹ ਵਿਆਜ ਦਿੱਤਾ ਗਿਆ ਹੈ ਅਤੇ ਇਸ ਦਾ ਮੁੱਲ ਕਿੰਨਾ ਹੈ? ਇਹ ਹੈ 12,000 ਕਰੋੜ ਰੁਪਏ। ਅਸੀਂ ਇਸ ਨੂੰ ਵੀ ਉੱਪਰ ਵਿਆਜ ਦੇ ਹੇਠਾਂ ਲਿਖ ਦਿੰਦੇ ਹਾਂ। ਉਸ ਤੋਂ ਬਾਅਦ ਸਾਡੀ ਤੀਸਰੀ ਰਕਮ ਫਾਰਮੂਲੇ ਦੇ ਮੁਤਾਬਕ ਹੈ ਲਾਭ।
ਤਾਂ ਅਸੀਂ ਫਿਰ ਦੇਖਣਾ ਹੈ ਕਿ ਕੀ ਸਾਨੂੰ ਲਾਭ ਸਵਾਲ ਵਿੱਚ ਦਿੱਤਾ ਗਿਆ ਹੈ। ਤਾਂ ਅਸੀਂ ਦੇਖਦੇ ਹਾਂ ਕਿ ਹਾਂ ਲਾਭ ਸਾਨੂੰ ਸਵਾਲ ਵਿੱਚ ਦਿੱਤਾ ਗਿਆ ਹੈ ਅਤੇ ਇਸ ਦੀ ਰਕਮ ਹੈ 15,000 ਕਰੋੜ ਰੁਪਏ। ਇਸ ਨੂੰ ਵੀ ਅਸੀਂ ਉੱਪਰ ਲਿਖ ਲੈਂਦੇ ਹਾਂ। ਇਸ ਤੋਂ ਬਾਅਦ ਕਈ ਵਾਰ ਸਾਨੂੰ ਸਵਾਲ ਵਿੱਚ ਰਾਇਲਟੀ ਵੀ ਦਿੱਤਾ ਗਿਆ ਹੁੰਦਾ ਹੈ। ਤਾਂ ਅਸੀਂ ਦੇਖਦੇ ਹਾਂ ਕਿ ਇਸ ਸਵਾਲ ਵਿੱਚ ਰਾਇਲਟੀ ਦਿੱਤਾ ਗਿਆ ਹੈ। ਜੇਕਰ ਸਾਨੂੰ ਰਾਇਲਟੀ ਦੀ ਰਕਮ ਦਿੱਤੀ ਹੋਵੇ ਤਾਂ ਅਸੀਂ ਉਹ ਵੀ ਇਸ ਵਿੱਚ ਜੋੜ ਲੈਣੀ ਹੈ, ਪਰ ਕਿਉਂਕਿ ਸਵਾਲ ਵਿੱਚ ਕੋਈ ਵੀ ਰਾਇਲਟੀ ਦੀ ਰਕਮ ਨਹੀਂ ਦਿੱਤੀ ਗਈ, ਇਸ ਲਈ ਅਸੀਂ ਇਸ ਨੂੰ 0 ਜਾਂ 0 ਲਿਖ ਲੈਂਦੇ ਹਾਂ। ਹੁਣ ਅਸੀਂ ਇਹਨਾਂ ਚਾਰਾਂ ਰਕਮਾਂ ਦਾ ਜੋੜ ਕਰਾਂਗੇ ਤਾਂ ਇਹ ਜੋੜ ਆ ਗਿਆ ਹੈ 45,000 ਕਰੋੜ ਰੁਪਏ ਔਰ ਇਹੋ ਹੀ ਪ੍ਰਚਾਲਨ ਬੇਸ਼ੀ ਦਾ ਮੁੱਲ ਹੈ। ਹੁਣ ਅਸੀਂ ਪ੍ਰਚਾਲਨ ਬੇਸ਼ੀ ਪਤਾ ਕਰ ਲਿਆ ਹੈ, ਇਸ ਲਈ ਹੁਣ ਅਸੀਂ ਦੁਬਾਰਾ ਘਰੇਲੂ ਆਮਦਨ ਦੇ ਫਾਰਮੂਲੇ ਉੱਪਰ ਚੱਲਦੇ ਹਾਂ ਅਤੇ ਘਰੇਲੂ ਆਮਦਨ ਦਾ ਪਤਾ ਲਗਾਉਂਦੇ ਹਾਂ। ਤਾਂ ਅਸੀਂ ਫਾਰਮੂਲਾ ਲਿਖ ਲਿਆ ਹੈ। ਘਰੇਲੂ ਆਮਦਨ ਹੈ ਕਰਮਚਾਰੀਆਂ ਦਾ ਮਿਹਨਤਾਨਾ ਜਮ੍ਹਾਂ ਪ੍ਰਚਾਲਨ ਬੇਸ਼ੀ ਜਮ੍ਹਾਂ ਮਿਸ਼ਰਤ ਆਮਦਨ। ਅਤੇ ਅਸੀਂ ਸਵਾਲ ਤੋਂ ਦੇਖਦੇ ਹਾਂ ਕਿ ਕੀ ਸਵਾਲ ਵਿੱਚ ਸਾਨੂੰ ਕਰਮਚਾਰੀਆਂ ਦਾ ਮਿਹਨਤਾਨਾ ਦਿੱਤਾ ਗਿਆ ਹੈ। ਤਾਂ ਹਾਂ, ਸਾਨੂੰ ਕਰਮਚਾਰੀਆਂ ਦਾ ਮਿਹਨਤਾਨਾ ਦਿੱਤਾ ਗਿਆ ਹੈ। ਇਸ ਦਾ ਮੁੱਲ ਕਿੰਨਾ ਹੈ? 50,000 ਕਰੋੜ ਰੁਪਏ ਔਰ ਇਸ ਨੂੰ ਅਸੀਂ ਉੱਪਰ ਕਰਮਚਾਰੀਆਂ ਦੇ ਮਿਹਨਤਾਨੇ ਹੇਠਾਂ ਲਿਖ ਲੈਂਦੇ ਹਾਂ। ਉਸ ਤੋਂ ਬਾਅਦ ਹੈ ਪ੍ਰਚਾਲਨ ਬੇਸ਼ੀ, ਜਿਸ ਦਾ ਅਸੀਂ ਹੁਣੇ ਪਤਾ ਲਗਾਇਆ ਹੈ ਅਤੇ ਅਸੀਂ ਇਸ ਨੂੰ ਸਵਾਲ ਦੇ ਹੇਠਾਂ ਲਿਖ ਲਿਆ ਹੈ ਔਰ ਇਸ ਦਾ ਮੁੱਲ ਹੈ 45,000 ਕਰੋੜ ਰੁਪਏ। ਇਸ ਨੂੰ ਵੀ ਅਸੀਂ ਉੱਪਰ ਲਿਖ ਲਵਾਂਗੇ। ਉਸ ਤੋਂ ਬਾਅਦ ਤੀਸਰੀ ਰਕਮ ਹੈ ਮਿਸ਼ਰਤ ਆਮਦਨ। ਤਾਂ ਅਸੀਂ ਸਵਾਲ ਵਿੱਚ ਦੇਖਦੇ ਹਾਂ ਕਿ ਮਿਸ਼ਰਤ ਆਮਦਨ ਵੀ ਸਾਨੂੰ ਦਿੱਤੀ ਗਈ ਹੈ ਔਰ ਇਸ ਦਾ ਮੁੱਲ ਹੈ 40,000 ਕਰੋੜ ਰੁਪਏ। ਅਸੀਂ ਇਸ ਨੂੰ ਵੀ ਉੱਪਰ ਲਿਖ ਲੈਂਦੇ ਹਾਂ। ਇਸ ਤਰ੍ਹਾਂ ਸਾਡੇ ਕੋਲ 3 ਰਕਮਾਂ ਉੱਪਰ ਆ ਗਈਆਂ ਹਨ। ਇਹਨਾਂ ਤਿੰਨਾਂ ਦਾ ਅਸੀਂ ਜੋੜ ਕਰਨਾ ਹੈ। ਇਹਨਾਂ ਤਿੰਨਾਂ ਦਾ ਜੋੜ ਬਣਦਾ ਹੈ 1,35,000 ਕਰੋੜ ਰੁਪਏ ਔਰ ਇਹੋ ਹੀ ਸਾਡੀ ਘਰੇਲੂ ਆਮਦਨ ਹੈ। ਸੋ ਅਸੀਂ ਇੱਕ ਘਰੇਲੂ ਆਮਦਨ ਦਾ ਪਤਾ ਲਗਾ ਲਿਆ ਹੈ। ਉਸ ਤੋਂ ਬਾਅਦ ਸਾਡਾ ਦੂਸਰਾ ਕੰਮ ਹੈ ਕਿ ਅਸੀਂ ਰਾਸ਼ਟਰੀ ਆਮਦਨ ਦਾ ਪਤਾ ਵੀ ਲਗਾਈਏ। ਤਾਂ ਅਸੀਂ ਰਾਸ਼ਟਰੀ ਆਮਦਨ ਦਾ ਫਾਰਮੂਲਾ ਜਿਹੜਾ ਹੈ ਉਹ ਲਿਖ ਲਿਆ ਹੈ। ਰਾਸ਼ਟਰੀ ਆਮਦਨ ਦਾ ਫਾਰਮੂਲਾ ਹੈ ਘਰੇਲੂ ਆਮਦਨ ਪਲੱਸ ਵਿਦੇਸ਼ਾਂ ਤੋਂ ਪ੍ਰਾਪਤ ਸ਼ੁੱਧ ਸਾਧਨ ਆਮਦਨ। ਅਸੀਂ ਫਿਰ ਸਵਾਲ ਲਿਖ ਲਿਆ ਹੈ ਔਰ ਸਵਾਲ ਵਿੱਚ ਅਸੀਂ ਘਰੇਲੂ ਆਮਦਨ ਨੂੰ ਸਭ ਤੋਂ ਹੇਠਾਂ ਲਿਖ ਲਿਆ ਹੈ, ਜੋ ਅਸੀਂ ਹੁਣੇ ਪਿਛਲੀ ਸਲਾਈਡ ਵਿੱਚ ਕੈਲਕੂਲੇਟ ਕੀਤੀ ਸੀ। ਤਾਂ ਘਰੇਲੂ ਆਮਦਨ ਦਾ ਮੁੱਲ ਹੈ 1,35,000 ਕਰੋੜ ਰੁਪਇਆ। ਅਸੀਂ ਇਸ ਨੂੰ ਉੱਪਰ ਘਰੇਲੂ ਆਮਦਨ ਦੇ ਹੇਠਾਂ ਲਿਖ ਲੈਂਦੇ ਹਾਂ। ਇਸ ਵਿੱਚ ਅਸੀਂ ਜੋੜਨਾ ਹੈ ਵਿਦੇਸ਼ਾਂ ਤੋਂ ਪ੍ਰਾਪਤ ਸ਼ੁੱਧ ਸਾਧਨ ਆਮਦਨ ਨੂੰ। ਤਾਂ ਉਹ ਸਾਡੇ ਨੂੰ ਦਿੱਤੀ ਹੋਈ ਹੈ 15,000 ਕਰੋੜ ਰੁਪਇਆ। ਅਸੀਂ ਉਸ ਨੂੰ ਇਸ ਵਿੱਚ ਜੋੜ ਲਵਾਂਗੇ। ਸਾਡੇ ਕੋਲ ਦੋਹਾਂ ਰਕਮਾਂ ਦਾ ਜੋੜ ਕਰਕੇ ਪ੍ਰਾਪਤ ਹੁੰਦਾ ਹੈ 1,50,000 ਕਰੋੜ ਰੁਪਏ ਔਰ ਇਹੋ ਹੀ ਸਾਡੀ ਰਾਸ਼ਟਰੀ ਆਮਦਨ ਹੈ। ਸੋ ਇਸ ਤਰ੍ਹਾਂ ਸਾਨੂੰ ਰਾਸ਼ਟਰੀ ਆਮਦਨ 1,50,000 ਕਰੋੜ ਰੁਪਏ ਪ੍ਰਾਪਤ ਹੁੰਦੀ ਹੈ। ਸਾਡੇ ਕੋਲ 2 ਉੱਤਰ ਆ ਗਏ ਹਨ, ਕਿਉਂਕਿ ਸਵਾਲ ਵਿੱਚ ਸਾਨੂੰ ਪਹਿਲਾਂ ਰਾਸ਼ਟਰੀ ਆਮਦਨ ਪੁੱਛਿਆ ਗਿਆ ਸੀ। ਇਸ ਲਈ ਅਸੀਂ ਊੜਾ ਪਾ ਕੇ ਪਹਿਲਾਂ ਰਾਸ਼ਟਰੀ ਆਮਦਨ ਦਾ ਉੱਤਰ ਲਿਖ ਲਿਆ ਹੈ 1,50,000 ਕਰੋੜ ਰੁਪਏ ਅਤੇ ਬਾਅਦ ਵਿੱਚ ਐੜਾ ਨੰਬਰ ਪਾ ਕੇ ਅਸੀਂ ਲਿਖ ਲਿਆ ਹੈ ਘਰੇਲੂ ਆਮਦਨ 1,35,000 ਕਰੋੜ ਰੁਪਏ। ਇਸ ਤਰ੍ਹਾਂ ਸਾਨੂੰ ਸਵਾਲ ਦੇ ਮੁਤਾਬਕ ਦੋਵੇਂ ਉੱਤਰ ਜਿਹੜੇ ਆ ਪ੍ਰਾਪਤ ਹੋ ਗਏ ਹਨ। ਇਸ ਤੋਂ ਇਲਾਵਾ ਬੇਟਾ ਕੁਝ ਜ਼ਰੂਰੀ ਗੱਲਾਂ ਹਨ ਜੋ ਤੁਸੀਂ ਨੋਟ ਕਰ ਲੈਣੀਆਂ। ਪਹਿਲਾ, ਕਿਰਾਇਆ ਅਤੇ ਲਗਾਨ ਦੋਵੇਂ ਇੱਕ ਹੀ ਹਨ। ਕਈ ਵਾਰ ਸਵਾਲ ਵਿੱਚ ਕਿਰਾਇਆ ਲਿਖ ਦਿੱਤਾ ਜਾਂਦਾ ਹੈ ਅਤੇ ਕਈ ਵਾਰ ਲਗਾਨ, ਪਰ ਤੁਸੀਂ ਕਨਫਿਊਜ਼ ਨਹੀਂ ਹੋਣਾ। ਕਿਰਾਇਆ ਅਤੇ ਲਗਾਨ ਦੋਵੇਂ ਇੱਕ ਹੀ ਚੀਜ਼ ਹਨ। ਉਸ ਤੋਂ ਬਾਅਦ ਦੂਸਰਾ ਹੈ ਘਰੇਲੂ ਆਮਦਨ। ਤਾਂ ਬੇਟਾ ਘਰੇਲੂ ਆਮਦਨ ਨੂੰ ਸਾਧਨ ਲਾਗਤ ਅਤੇ ਸ਼ੁੱਧ ਘਰੇਲੂ ਉਤਪਾਦ ਵੀ ਕਿਹਾ ਜਾਂਦਾ ਹੈ। ਸੋ ਜੇਕਰ ਕਿਸੇ ਸਵਾਲ ਵਿੱਚ ਲਿਖਿਆ ਹੋਵੇ ਕਿ ਪਤਾ ਲਗਾਓ ਸਾਧਨ ਲਾਗਤ ਅਤੇ ਸ਼ੁੱਧ ਘਰੇਲੂ ਉਤਪਾਦ ਕਿੰਨਾ ਹੈ, ਤਾਂ ਤੁਸੀਂ ਘਰੇਲੂ ਆਮਦਨ ਨੂੰ ਹੀ ਪਤਾ ਕਰਨਾ ਹੈ। ਇਸੇ ਪ੍ਰਕਾਰ ਰਾਸ਼ਟਰੀ ਆਮਦਨ ਨੂੰ ਅਸੀਂ ਸਾਧਨ ਲਾਗਤ ਅਤੇ ਸ਼ੁੱਧ ਰਾਸ਼ਟਰੀ ਉਤਪਾਦ ਵੀ
ਕਹਿੰਦੇ ਹਾਂ ਅਤੇ ਜੇਕਰ ਕਿਸੇ ਸਵਾਲ ਵਿੱਚ ਤੁਹਾਨੂੰ ਸਾਧਨ ਲਾਗਤ ਅਤੇ ਸ਼ੁੱਧ ਰਾਸ਼ਟਰੀ ਉਤਪਾਦ ਪਤਾ ਕਰਨ ਲਈ ਕਿਹਾ ਜਾਵੇ ਤਾਂ ਇਸ ਤੋਂ ਭਾਵ ਹੈ ਕਿ ਤੁਸੀਂ ਰਾਸ਼ਟਰੀ ਆਮਦਨ ਦਾ ਪਤਾ ਲਗਾਉਣਾ ਹੈ। ਬੇਟਾ ਉਮੀਦ ਹੈ ਤੁਹਾਨੂੰ ਇਸ ਲੈਕਚਰ ਤੋਂ ਤੁਹਾਨੂੰ ਸਵਾਲ ਹੱਲ ਕਰਨ ਦੇ ਵਿੱਚ ਆਮਦਨ ਵਿਧੀ ਦੀ ਵਰਤੋਂ ਕਰਨ ਦੇ ਵਿੱਚ ਕੁਝ ਮਦਦ ਮਿਲੇਗੀ। ਤੁਹਾਡਾ ਬਹੁਤ ਬਹੁਤ ਧੰਨਵਾਦ। ਥੈਂਕ ਯੂ।